इंडिगो ऑन द लैंड ऑफ रिओट्स। रिओट्स यानी कि ਜ਼ਮੀਨਦਾਰਸ ਦੀ ਹੈ ਨਾ ਲੈਂਡ ਦੇ ਉੱਤੇ ਆਪਾਂ ਜਿਹੜੇ ਕਲਟੀਵੇਸ਼ਨ ਕਰਦੇ ਫਾਰਮਰਸ ਹੈ ਨਾ ਉਹਨਾਂ ਦੀ ਲੈਂਡ ਦੇ ਉੱਤੇ ਇੰਡੀਗੋ ਗਰੋ ਕਰਨਾ। ਅੰਡਰ ਦਾ ਰਿਓਟੀ ਸਿਸਟਮ ਦਾ ਪਲਾਂਟਰਸ ਫੋਰਸ ਦਾ ਰਿਓਟਸ ਟੂ ਸਾਈਨ ਅ ਕੰਟਰੈਕਟ ਐਨ ਐਗਰੀਮੈਂਟ। ਸੱਟਾ ਇੱਕ ਐਗਰੀਮੈਂਟ ਸਾਈਨ ਹੁੰਦਾ ਸੀ ਹੈ ਨਾ, ਰਿਓਟਸ ਨੂੰ ਸਾਈਨ ਕਰਨਾ ਪੈਂਦਾ ਸੀ ਅਤੇ ਪਲਾਂਟਰਸ ਜਿਹੜੇ ਕਿ ਪਲਾਂਟ ਕਰਨਾ ਚਾਹੁੰਦੇ ਨੇ ਹੈ ਨਾ ਉੱਥੇ ਆਪਣੇ ਜਿਵੇਂ ਆਪਾਂ ਖੇਤੀ ਠੇਕੇ 'ਤੇ ਲੈ ਲੈਂਦੇ ਹਾਂ ਹੈ ਨਾ, ਉੱਦਾਂ ਦਾ ਸਿਸਟਮ ਹੈ ਇਹ। ਇਹਦੇ ਵਿੱਚ ਥੋੜ੍ਹਾ ਜਿਹਾ ਡਿਫਰੈਂਟ ਸਿਸਟਮ ਹੈ। ਇਹ ਐਗਰੀਮੈਂਟ ਹੁੰਦਾ ਸੀ ਹੈ ਨਾ, ਸੱਟਾ ਹੀ ਹੁੰਦਾ ਸੀ ਇੱਕ ਹਿਸਾਬ ਦਾ। ਐਟ ਟਾਈਮਸ ਦਾ ਪ੍ਰੈਸ਼ਰਾਈਜ਼ਡ ਦਾ ਵਿਲੇਜ ਹੈਡਮੈਨ ਟੂ ਸਾਈਨ ਦਾ ਕੰਟਰੈਕਟ ਔਨ ਦਾ ਬਿਹਾਫ ਆਫ ਰਿਓਟਸ। ਜਾਂ ਉਹ ਪ੍ਰੈਸ਼ਰਾਈਜ਼ ਕਿਹਨੂੰ ਕਰਦੇ ਸੀਗੇ, ਵਿਲੇਜ ਦੇ ਹੈਡਮੈਨ ਨੂੰ, ਸਰਪੰਚ ਨੂੰ, ਕਿ ਉਹ ਰਿਓਟਸ ਦੇ ਬਿਹਾਫ 'ਤੇ ਜਿਹਦੀ ਜ਼ਮੀਨ ਹੈ ਨਾ। ਜਿਹੜਾ ਰਿਓਟਸ ਕਿਹੜੇ ਹੁੰਦੇ ਨੇ ਬੱਚੇ, ਜਿਹੜੇ ਕਾਫੀ ਸਦੀਆਂ ਤੋਂ ਆਪਣੀ ਮਤਲਬ ਕਿ ਜ਼ਮੀਨ ਆਪਣੀ ਪੀੜ੍ਹੀਆਂ ਤੋਂ ਵਾਹੁੰਦੇ ਆ ਰਹੇ ਨੇ ਹੈ ਨਾ, ਉਹ ਹੁੰਦੇ ਨੇ ਰਿਓਟਸ। ਜਾਂ ਫਿਰ ਰਿਓਟਸ ਦੇ ਬਿਹਾਫ 'ਤੇ ਵਿਲੇਜ ਦਾ ਹੈਡਮੈਨ ਤੋਂ ਕੰਟਰੈਕਟ ਸਾਈਨ ਕਰਾਉਂਦੇ ਸੀ। ਦੋਜ਼ ਹੂ ਸਾਈਨਡ ਦਾ ਕੰਟਰੈਕਟ ਗੋਟ ਕੈਸ਼ ਐਡਵਾਂਸਿਸ ਫਰੋਮ ਦਾ ਪਲਾਂਟਰਸ ਐਟ ਲੋ ਰੇਟਸ ਆਫ ਇੰਟਰਸਟ ਟੂ ਪ੍ਰੋਡਿਊਸ ਇੰਡੀਗੋ। ਹੁਣ ਇਹਦੇ ਵਿੱਚ ਕੀ ਹੁੰਦਾ ਸੀਗਾ, ਕੰਟਰੈਕਟ ਸਾਈਨ ਹੁੰਦਾ ਸੀਗਾ ਅਤੇ ਜਿਹੜੇ ਪਲਾਂਟਰਸ ਯਾਨੀ ਕਿ ਜਿਹੜੇ ਰਿਓਟਸ ਹੁੰਦੇ ਸੀਗੇ ਜਿਨ੍ਹਾਂ ਦੀ ਆਪਣੀ ਕਾਫੀ ਸਮੇਂ ਤੋਂ ਜ਼ਮੀਨ ਸੀ ਹੈ ਨਾ, ਆਪਣੀ ਪੀੜ੍ਹੀਆਂ ਦੀ ਵਾਹੁੰਦੇ ਆ ਰਹੇ ਸੀ, ਉਹਨਾਂ ਨੂੰ ਘੱਟ ਰੇਟ ਦੇ ਮਤਲਬ ਘੱਟ ਇੰਟਰਸਟ ਦੇ ਉੱਤੇ ਹੈ ਨਾ, ਘੱਟ ਵਿਆਜ ਦੇ ਉੱਤੇ ਪੈਸੇ ਮਿਲਦੇ ਸੀ। ਕਿਹਦੇ ਦੁਆਰਾ, ਆਪਣੇ ਜਿਹੜੇ ਪਲਾਂਟਰਸ ਹੁੰਦੇ ਸੀ ਉਹ ਘੱਟ ਵਿਆਜ 'ਤੇ ਪੈਸੇ ਦੇ ਦਿੰਦੇ ਸੀਗੇ ਕਿ ਤੁਸੀਂ ਇੰਡੀਗੋ ਪ੍ਰੋਡਿਊਸ ਕਰੋ। ਬਟ ਦਾ ਲੋਨ ਕਮਿਟਡ ਬਾਏ ਦਾ ਰਿਓਟ ਟੂ ਕਲਟੀਵੇਟਿੰਗ ਇੰਡੀਗੋ ਓਨਲੀ ਐਟ ਲੀਸਟ 25% ਆਫ ਦਾ ਏਰੀਆ ਅੰਡਰ ਹਿਸ ਹੋਲਡਿੰਗ। ਪਰ ਕਹਿੰਦੇ ਇੱਕ ਇਹਦੇ ਵਿੱਚ ਸ਼ਰਤ ਕੀ ਸੀਗੀ ਕਿ ਰਿਓਟ ਨੂੰ ਘੱਟੋ ਘੱਟ 25% ਜਿਹੜੀ ਜ਼ਮੀਨ ਦੇ ਉੱਤੇ ਉਹਦਾ ਅਧਿਕਾਰ ਹੈ, ਠੀਕ ਹੈ, ਘੱਟੋ ਘੱਟ 25% ਲੈਂਡ ਦੇ ਉੱਤੇ ਉਸ ਨੂੰ ਕੀ ਕਰਨਾ ਪਊਗਾ, ਇੰਡੀਗੋ ਗਰੋ ਕਰਨਾ ਪਊਗਾ। ਦਾ ਪਲਾਂਟਰ ਪ੍ਰੋਵਾਈਡਡ ਦਾ ਸੀਡ ਐਂਡ ਦਾ ਡਰਿਲ ਵਾਈਲ ਦਾ ਕਲਟੀਵੇਟਰਸ ਪ੍ਰਪੇਅਰਡ ਦਾ ਸੋਇਲ ਸੋਡ ਦਾ ਸੀਡ ਐਂਡ ਲੁੱਕਡ ਆਫਟਰ ਦਾ ਕਰੋਪ। ਹੁਣ ਪਲਾਂਟਰ ਜਿਹੜਾ ਬੰਦਾ ਪੈਸੇ ਦਿੰਦਾ ਸੀਗਾ ਹੈ ਨਾ, ਆਪਾਂ ਕਹਿ ਕੇ ਕਿਸੇ ਨੂੰ ਮਤਲਬ ਕਿ ਬਿਜਾਈ ਹੈ ਨਾ ਕੋਈ ਚੀਜ਼, ਉਹ ਬੰਦਾ ਕੀ ਸੀਡ ਪ੍ਰੋਵਾਈਡ ਕਰਦਾ ਸੀ ਅਤੇ ਡਰਿਲ ਪ੍ਰੋਵਾਈਡ ਕਰਦਾ ਸੀ ਹੈ ਨਾ। ਅਤੇ ਪਰ ਜਿਹੜਾ ਕਲਟੀਵੇਟਰ ਆਪ ਗਰੋ ਕਰਦਾ ਸੀ ਉਹ ਕੀ ਕਰਦਾ, ਸੋਇਲ ਪ੍ਰਪੇਅਰ ਕਰਦਾ ਸੀ, ਬੀਜ ਨੂੰ ਬੀਜਦਾ ਸੀ ਅਤੇ ਕਰੋਪ ਦੀ ਦੇਖਭਾਲ ਕਰਦਾ ਸੀ ਹੈ ਨਾ। ਇਹ ਸੀਗਾ ਰਿਓਟੀ ਸਿਸਟਮ। ਹੁਣ ਆਪਾਂ ਅੱਗੇ ਪੜ੍ਹਨ ਥੋੜ੍ਹਾ ਜਿਹਾ ਰਹਿ ਗਿਆ। ਵੈਨ ਦਾ ਕਰੋਪ ਵਾਜ਼ ਡਿਲੀਵਰਡ ਟੂ ਦਾ ਪਲਾਂਟਰ ਆਫਟਰ ਦਾ ਹਾਰਵੈਸਟ when the crop was delivered to the planter of the harvest a new loan was given to the riot and the cycle started all over again। ਪਰ ਜਦੋਂ ਕਹਿੰਦੇ ਕਰੋਪ ਗਰੋ ਕਰਕੇ ਹੁਣ ਪਲਾਂਟਰ ਨੂੰ ਆਪਾਂ ਜਦੋਂ ਮੰਨ ਲਓ ਆਪਾਂ ਪੈਸਾ ਲੈ ਲਿਆ ਹੈ ਨਾ ਉਹ ਤੋਂ ਕਿ ਆਪਾਂ ਇਹ ਫਸਲ ਗਰੋ ਕਰਦੇ ਹਾਂ, ਉਦੋਂ ਬਾਅਦ ਉਹ ਫਸਲ ਜਦੋਂ ਗਰੋ ਕਰਕੇ ਆਪਾਂ ਉਹਨੂੰ ਡਿਲੀਵਰ ਕਰਤੀ ਜਿਹਨੇ ਆਪਾਂ ਨੂੰ ਪੈਸਾ ਦਿੱਤਾ ਸੀ, ਫਿਰ ਉਹ ਆਪਾਂ ਨੂੰ ਇੱਕ ਨਵਾਂ ਲੋਨ ਦੇ ਦਿੰਦਾ ਸੀਗਾ ਅਤੇ ਇਹ ਸਾਈਕਲ ਇੱਦਾਂ ਹੀ ਚੱਲਦਾ ਰਹਿੰਦਾ ਸੀ। ਪੀਸੈਂਟਸ ਹੂ ਵਰ ਇਨੀਸ਼ੀਅਲੀ ਅਟੈਂਪਟਡ ਬਾਏ ਦਾ ਲੋਨਸ ਸੂਨ ਰੀਅਲਾਈਜ਼ਡ ਹਾਊ ਹਾਰਸ਼ ਦਾ ਸਿਸਟਮ ਵਾਜ਼। ਜਿਹੜੇ ਕਿ ਪੀਸੈਂਟਸ ਜਿਹੜੇ ਕੰਮ ਕਰਦੇ ਸੀ ਇਸ ਸਿਸਟਮ ਦੇ ਵਿੱਚ, ਉਹਨਾਂ ਨੂੰ ਛੇਤੀ ਰੀਅਲਾਈਜ਼ ਹੋ ਗਿਆ ਕਿ ਇਹ ਸਿਸਟਮ ਬਹੁਤ ਮਾੜਾ ਹੈ। ਦਾ ਪ੍ਰਾਈਸ ਦੇ ਗੋਡ ਫॉर ਦਾ ਇੰਡੀਗੋ ਦੇ ਪ੍ਰੋਡਿਊਸਡ ਵਾਜ਼ ਵੈਰੀ ਲੋ ਐਂਡ ਦਾ ਸਾਈਕਲ ਆਫ ਲੋਨਸ ਨੈਵਰ ਐਂਡਡ। ਅਤੇ ਜਿਹੜਾ ਪ੍ਰਾਈਸ ਉਹਨਾਂ ਨੂੰ ਇੰਡੀਗੋ ਗਰੋ ਕਰਨ ਵਾਸਤੇ ਮਿਲਦਾ ਸੀ ਉਹ ਬਹੁਤ ਥੋੜ੍ਹਾ ਸੀ ਅਤੇ ਇਹ ਸਾਈਕਲ ਜਿਹੜਾ ਲੋਨਸ ਦਾ ਸਾਈਕਲ ਸੀ, ਲੈ ਲਿਆ ਮੋੜਤਾ, ਇਹ ਕਦੇ ਨਾ ਖਤਮ ਹੋਣ ਵਾਲਾ ਸੀ। ਦੇਰ ਵਰ ਅਦਰ ਪ੍ਰੋਬਲਮਸ ਟੂ, ਇਹਦੇ ਵਿੱਚ ਹੋਰ ਵੀ ਕਈ ਪ੍ਰੋਬਲਮ ਸੀਗੀਆਂ। ਦਾ ਪਲਾਂਟਰਸ ਯੂਜ਼ਲੀ ਇੰਸਿਸਟਡ ਦੈਟ ਇੰਡੀਗੋ ਬੀ ਕਲਟੀਵੇਟਡ ਔਨ ਦਾ ਬੈਸਟ ਸੋਇਲ ਇਨ ਵਿਚ ਪੀਸੈਂਟਸ ਪ੍ਰੈਫਰ ਟੂ ਕਲਟੀਵੇਟ ਰਾਈਸ। ਇੱਕ ਹੋਰ ਪ੍ਰੋਬਲਮ ਕੀ ਸੀ, ਪਲਾਂਟਰਸ ਆਪਣੀ ਬੈਸਟ ਸੋਇਲ ਦੇ ਵਿੱਚ ਕੀ ਗਰੋ ਕਰਦੇ ਸੀ, ਰਾਈਸ, ਬਟ ਉਹੀ ਬੈਸਟ ਸੋਇਲ ਦੇ ਵਿੱਚ ਉਹਨਾਂ ਨੂੰ ਕੀ ਗਰੋ ਕਰਨਾ ਪੈ ਰਿਹਾ ਸੀ, ਇੰਡੀਗੋ। ਇੰਡੀਗੋ ਮੋਰ ਓਵਰ ਹੈਡ ਡੀਪ ਰੂਟਸ ਐਂਡ ਇਟ ਐਗਜ਼ੌਸਟਡ ਦਾ ਸੋਇਲ ਰੈਪਿਡਲੀ ਆਫਟਰ ਐਨ ਇੰਡੀਗੋ ਹਾਰਵੈਸਟ ਦਾ ਲੈਂਡ ਕੁਡ ਨਾਟ ਬੀ ਸੋਨ ਵਿਦ ਰਾਈਸ। ਮਤਲਬ ਕਿ ਜ਼ਮੀਨ ਦੇ ਵਿੱਚ ਆਪਾਂ ਇੱਕ ਵਾਰ ਇੰਡੀਗੋ ਗਰੋ ਕਰ ਲਿਆ ਹੈ ਨਾ, ਇੰਡੀਗੋ ਦੀ ਰੂਟ ਜ਼ਿਆਦਾ ਡੂੰਘੀ ਸੀ ਅਤੇ ਉਹ ਮਤਲਬ ਕਿ ਸੋਇਲ ਦੀ ਫਰਟੀਲਿਟੀ ਨੂੰ ਖਤਮ ਕਰਦਾ ਸੀ, ਉਪਜਾਊ ਸ਼ਕਤੀ ਖਤਮ ਕਰਦਾ ਸੀ, ਜਿਸ ਤੋਂ ਮਤਲਬ ਕਿ ਇਹ ਸਿੱਧ ਹੁੰਦਾ ਸੀਗਾ ਕਿ ਇੰਡੀਗੋ ਤੋਂ ਬਾਅਦ ਉਸ ਦੇ ਵਿੱਚ ਰਾਈਸ ਗਰੋ ਨਹੀਂ ਆਪਾਂ ਕਰ ਸਕਦੇ ਸੀ, ਠੀਕ ਹੈ। ਦਾ ਬਲੂ ਰਿਵਿਲੀਅਨ ਐਂਡ ਆਫਟਰ, ਬਲੂ ਰਿਵਿਲੀਅਨ ਮਤਲਬ ਕੀ ਸੀਗਾ, ਇੱਕ ਮਤਲਬ ਕਿ ਚੇਂਜ ਆਇਆ ਹੈ ਨਾ, ਅਤੇ ਉਸ ਤੋਂ ਬਾਅਦ ਇਨ ਮਾਰਚ 1859 ਥਾਊਜੈਂਡਸ ਆਫ ਰਿਓਟਸ ਇਨ ਬੰਗਾਲ ਰਿਫਿਊਜ਼ ਟੂ ਗਰੋ ਇੰਡੀਗੋ। ਮਾਰਚ 1859 ਦੇ ਵਿੱਚ ਕਿੰਨੇ ਹੀ ਰਿਓਟਸ ਜਿਨ੍ਹਾਂ ਨੇ ਮਤਲਬ ਕਿ ਰਿਓਟੀ ਸਿਸਟਮ ਦੇ ਵਿੱਚ ਕੰਮ ਕੀਤਾ ਸੀ ਉਹਨਾਂ ਨੇ ਮਨਾ ਕਰਤਾ ਇੰਡੀਗੋ ਗਰੋ ਕਰਨ ਤੋਂ। ਐਜ਼ ਦਾ ਰਿਵਿਲੀਅਨ ਮਤਲਬ ਕਿ ਆਪਣਾ ਵਿਦਰੋਹ ਉਹਨਾਂ ਨੇ ਆਪਣਾ ਸਪਰੈਡ ਕਰ ਲਿਆ ਹੈ ਨਾ, ਵਿਦਰੋਹ ਕੀਤਾ, ਬਗਾਵਤ ਕੀਤੀ ਉਹਨਾਂ ਦੇ ਖਿਲਾਫ। ਐਜ਼ ਆ ਰਿਵਿਲੀਅਨ ਸਪਰੈਡ ਦਾ ਰਿਓਟਸ ਰਿਫਿਊਜ਼ ਟੂ ਪੇ ਰੈਂਟਸ ਟੂ ਦਾ ਪਲਾਂਟਰਸ। ਜਿਵੇਂ ਜਿਵੇਂ ਮਤਲਬ ਕਿ ਉਹਨਾਂ ਦਾ ਵਿਦਰੋਹ ਵੱਧਦਾ ਗਿਆ, ਰਿਓਟਸ ਨੇ ਜਿਹੜਾ ਉਹਨਾਂ ਤੋਂ ਰੈਂਟ ਲਿਆ ਸੀ ਪਲਾਂਟਰਸ ਤੋਂ ਉਹ ਵੀ ਵਾਪਸ ਕਰਨ ਤੋਂ ਮਨਾ ਕਰਤਾ। ਐਂਡ ਅਟੈਕਡ ਇੰਡੀਗੋ ਫੈਕਟਰੀਜ਼ ਆਰਮਡ ਵਿਦ ਸਵੋਰਡਸ ਐਂਡ ਸਪੀਅਰਸ ਬੋਸ ਐਂਡ ਐਰੋਸ। ਅਤੇ ਉਹਨਾਂ ਨੇ ਇੰਡੀਗੋ ਫੈਕਟਰੀਜ਼ ਦੇ ਉੱਤੇ ਹਮਲਾ ਕਰਤਾ ਤਲਵਾਰਾਂ ਲੈ ਕੇ ਹੈ ਨਾ, ਤੀਰ ਕਮਾਨ ਆਪਣੇ ਲੈ ਕੇ ਹੈ ਨਾ, ਐਰੋਸ ਲੈ ਕੇ।
ਵੂਮੈਨ ਟਰਨਡ ਅਪ ਟੂ ਫਾਈਟ ਵਿਦ ਪੋਟਸ। ਲੇਡੀਜ਼ ਨੇ ਸਟਾਰਟ ਕੀਤਾ ਪੋਟਸ ਮਤਲਬ ਘੜਿਆਂ ਨਾਲ, ਆਪਣੇ ਜਿਹੜੇ ਕਿਚਨਸ ਦੇ ਇੰਪਲੀਮੈਂਟਸ ਹੁੰਦੇ ਨੇ ਹੈ ਨਾ, ਉਹਦੇ ਨਾਲ ਲੜਨਾ ਸਟਾਰਟ ਕੀਤਾ। ਦੋਜ਼ ਹੂ ਵਰਕਡ ਫॉर ਦ ਪਲਾਂਟਰਸ ਵਰ ਸੋਸ਼ਲੀ ਬਾਈਕੋਟਡ ਐਂਡ ਦ ਗੋਮਸਤਾਸ ਏਜੰਟਸ ਆਫ ਪਲਾਂਟਰਸ ਹੂ ਕੇਮ ਟੂ ਕਲੈਕਟ ਰੈਂਟ ਵਰ ਬੀਟਨ ਅਪ। ਜਿਹੜੇ ਕਿ ਲੋਕ ਪਲਾਂਟਰ ਦਾ ਮਤਲਬ ਕਿ ਸਾਥ ਦਿੰਦੇ ਸੀ ਉਹਨਾਂ ਨੂੰ ਸੋਸ਼ਲੀ ਬਾਈਕਆਊਟ ਕੀਤਾ ਗਿਆ। ਅਤੇ ਗੁਮਾਸਤਾਸ ਕੌਣ ਸੀ? ਜਿਹੜੇ ਆਪਣੇ ਪਲਾਂਟਰਸ ਦੇ ਪੈਸੇ ਇਕੱਠੇ ਕਰਨ ਆਉਂਦੇ ਸੀ ਹੈ ਨਾ, ਉਹਨਾਂ ਦੇ ਠੇਕੇਦਾਰ, ਉਹ ਜਦੋਂ ਪੈਸੇ ਲੈਣ ਆਉਂਦੇ ਸੀ ਉਹਨਾਂ ਨੂੰ ਕੁੱਟਿਆ ਜਾਂਦਾ ਸੀਗਾ। ਰਿਓਟਸ ਸਵੋਰ ਦੇ ਵੁੱਡ ਨੋ ਲੋਂਗਰ ਟੇਕ ਐਡਵਾਂਸਿਸ ਟੂ ਸੋ ਇੰਡੀਗੋ ਨੋਰ ਬੀ ਬੁਲਿਡ ਬਾਈ ਪਲਾਂਟਰਸ ਰਥੀਅਲਸ। ਰਿਓਟਸ ਨੇ ਸਹੁੰ ਖਾ ਲਈ ਕਿ ਨਾ ਤਾਂ ਉਹ ਮਤਲਬ ਕਿ ਐਡਵਾਂਸ ਲੈਣਗੇ ਅਤੇ ਨਾ ਹੀ ਇੰਡੀਗੋ ਗਰੋ ਕਰਨਗੇ, ਅਤੇ ਨਾ ਹੀ ਮਤਲਬ ਪਲਾਂਟਰਸ ਦੇ ਦੁਆਰਾ ਉਹ ਆਪਣਾ ਸ਼ੋਸ਼ਣ ਕਰਾਉਣਗੇ। ਠੀਕ ਹੈ। ਲਥੀਅਲਸ ਦਾ ਲਾਠੀ ਵੀਲਡਿੰਗ ਸਟਰੋਂਗਮੈਨ ਮੇਨਟੇਨ ਬਾਏ ਦਾ ਪਲਾਂਟਰਸ, ਅਤੇ ਨਾ ਹੀ ਉਹ ਉਹਨਾਂ ਦਾ ਮਤਲਬ ਕਿ ਕੀ ਸਹਿਣਗੇ, ਆਪਾਂ ਕਹਿ ਸਕਦੇ ਹਾਂ ਉਹਨਾਂ ਦਾ ਜ਼ੁਲਮ ਨਹੀਂ ਸਹਿਣਗੇ ਹੈ ਨਾ। ਉਹ ਕਿੰਨਾ ਦਾ ਜ਼ੁਲਮ ਨਹੀਂ ਸਹਿਣਗੇ? ਜਿਹੜੇ ਲਾਠੀਆਂ ਵਾਲੇ ਬੰਦੇ ਪਲਾਂਟਰਸ ਨੇ ਆਪਣੇ ਰੱਖੇ ਹੁੰਦੇ ਨੇ ਕਿਰਾਏ 'ਤੇ ਹੈ ਨਾ, ਆਪਣੇ ਸਟਰੋਂਗ ਪਰਸਨਸ ਰੱਖੇ ਹੁੰਦੇ ਨੇ, ਉਹਨਾਂ ਦਾ ਜ਼ੁਲਮ ਨਹੀਂ ਸਹਿਣਗੇ, ਉਹਨਾਂ ਤੋਂ ਉੱਤੇ ਵੀ ਹਮਲਾ ਕਰ ਦੇਣਗੇ। ਉਹਨਾਂ ਨੇ ਸਹੁੰ ਖਾ ਲਈ। ਵਾਈ ਡਿਡ ਦਾ ਇੰਡੀਗੋ ਪੀਸੈਂਟਸ ਡਿਸਾਈਡਿਡ ਦੈਟ ਦੇ ਵੁੱਡ ਨੋ ਲੋਂਗਰ ਰਿਮੇਨ ਸਾਈਲੈਂਟ। ਉਹਨਾਂ ਨੇ ਕਿਉਂ ਇਹ ਡਿਸਾਈਡ ਕੀਤਾ? ਵਟ ਗੇਵ ਦੈਮ ਦਾ ਪਾਵਰ ਟੂ ਰੈਬਲ। ਉਹਨਾਂ ਨੂੰ ਪਾਵਰ ਕਿੱਥੋਂ ਮਿਲੀ ਹੈ ਨਾ? ਕਲੀਅਰਲੀ ਦਾ ਇੰਡੀਗੋ ਸਿਸਟਮ ਵਾਜ਼ ਇੰਟੈਂਸਲੀ ਓਪਰੈਸਿਵ। ਉਹਨਾਂ ਨੂੰ ਪਤਾ ਸੀਗਾ ਕਿ ਜਿਹੜਾ ਇਹ ਬਹੁਤ ਜ਼ਿਆਦਾ ਦਬਾਅ ਪਾਉਂਦਾ ਉਹਨਾਂ ਦੇ ਉੱਤੇ ਹੈ ਨਾ, ਬਹੁਤ ਜ਼ਿਆਦਾ ਦੱਬ ਕੇ ਰੱਖਦਾ ਉਹਨਾਂ ਨੂੰ ਇਹ ਸਿਸਟਮ। ਬਟ ਦੋਜ਼ ਹੂ ਆਰ ਓਪਰੈਸਡ ਡੂ ਨਾਟ ਆਲਵੇਜ਼ ਰਾਈਜ਼ ਅਪ ਐਂਡ ਰਿਬੇਲੀਅਨ। ਪਰ ਸਾਰੇ ਜਿਹੜੇ ਸਿਸਟਮ ਦੇ ਨੀਚੇ ਦੱਬਦੇ ਨੇ ਉਹ ਹਮੇਸ਼ਾ ਵਿਦਰੋਹ ਨਹੀਂ ਕਰਦੇ, ਰਿਬੇਲੀਅਨ ਨਹੀਂ ਬਣਦੇ। ਦੇ ਡੂ ਸੋ ਓਨਲੀ ਐਟ ਟਾਈਮਸ। ਇਹ ਸਿਰਫ ਕਦੇ ਕਦੇ ਕਰਦੇ ਨੇ, ਇਹ ਕਦੇ ਕਦੇ ਹੁੰਦਾ ਗਾ। ਇਨ 1859 ਦਾ ਇੰਡੀਗੋ ਰਿਓਟਸ ਫੈਲਟ ਦੈਟ ਦੇ ਹੈਡ ਦਾ ਸਪੋਰਟ ਆਫ ਲੋਕਲ ਜ਼ਮੀਨਦਾਰਸ ਐਂਡ ਵਿਲੇਜ ਹੈਡਮੈਨ ਇਨ ਦੇਅਰ ਰਿਬੇਲੀਅਨ ਅਗੇਂਸਟ ਦ ਪਲਾਂਟਰਸ। 1859 ਦੇ ਵਿੱਚ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹਨਾਂ ਨੂੰ ਲੋਕਲ ਜ਼ਮੀਨਦਾਰਾਂ ਦੀ ਸਪੋਰਟ ਹੈ, ਪਿੰਡ ਦੇ ਹੈਡਮੈਨ ਸਰਪੰਚ ਦੀ ਸਪੋਰਟ ਹੈ। ਠੀਕ ਹੈ। ਪਲਾਂਟਰਸ ਦੇ ਅਗੇਂਸਟ, ਕਿਉਂਕਿ ਇਹ ਸਾਰੇ ਲੋਕ ਉਹਨਾਂ ਦੇ ਉੱਤੇ ਵੀ ਪਲਾਂਟਰਸ ਜਿਹੜੇ ਓਨਾ ਹੀ ਦਬਾਅ ਪਾਉਂਦੇ ਸੀ ਹੈ ਨਾ, ਓਨਾ ਹੀ ਜ਼ਿਆਦਾ ਉਹਨਾਂ ਨੂੰ ਤੰਗ ਕਰਦੇ ਸੀ। ਸੋ ਸਾਰੇ ਲੋਕਾਂ ਦੀ ਸਪੋਰਟ ਦੇ ਨਾਲ ਇਹ ਸ਼ੁਰੂ ਹੋਇਆ। ਇਨ ਮੈਨੀ ਵਿਲੇਜਸ ਹੈਡਮੈਨ ਹੂ ਹੈਡ ਬੀਨ ਫੋਰਸਡ ਟੂ ਸਾਈਨ ਇੰਡੀਗੋ ਕੰਟਰੈਕਟਸ ਮੋਬਿਲਾਈਜ਼ਡ ਦਾ ਇੰਡੀਗੋ ਪੀਸੈਂਟਸ ਐਂਡ ਫੌਟ ਪਿਚਡ ਬੈਟਲਸ ਵਿਦ ਦਾ ਲਾਠੀਆਲਸ। ਹੁਣ ਜੇ ਕਈ ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਹੈਡਮੈਨ ਨੂੰ ਫੋਰਸ ਕੀਤਾ ਗਿਆ ਕਿ ਇੰਡੀਗੋ ਸਾਈਨ ਕੰਟਰੈਕਟ ਕਰ ਹੈ ਨਾ, ਉਹਨਾਂ ਨੇ ਇਕੱਠੇ ਹੋ ਕੇ ਮਤਲਬ ਆਪਣੇ ਪੀਸੈਂਟਸ ਦੇ ਨਾਲ ਰਲ ਕੇ ਇੱਕ ਇੱਦਾਂ ਦੀ ਜੰਗ ਲੜੀ ਹੈ ਨਾ, ਆਪਾਂ ਕਹਿ ਸਕਦੇ ਹਾਂ ਫਾਈਟ ਕੀਤਾ ਲਾਠੀਅਲਸ ਦੇ ਨਾਲ। ਇਨ ਅਦਰ ਪਲੇਸਿਸ ਈਵਨ ਦਾ ਜ਼ਮੀਨਦਾਰਸ ਵੈਂਟ ਅਰਾਊਂਡ ਵਿਲੇਜਸ ਅਰਗਿੰਗ ਦਾ ਰਿਓਟ ਟੂ ਰਜਿਸਟ ਦਾ ਪਲਾਂਟਰਸ। ਬਾਕੀ ਹੋਰ ਜਗ੍ਹਾਵਾਂ 'ਤੇ ਕੀ ਹੋਇਆ? ਜ਼ਮੀਨਦਾਰਸ ਨੇ ਵੀ ਆਪਣੇ ਜਿਹੜੇ ਪਿੰਡ ਦੇ ਵਿੱਚ ਰਿਓਟਸ, ਜ਼ਮੀਨਦਾਰਸ ਜਗ੍ਹਾ ਜਗ੍ਹਾ ਜਾ ਕੇ ਕੀ ਕਰਦੇ ਸੀ? ਪਲਾਂਟਰਸ ਨੂੰ ਰਜਿਸਟ ਕਰਨ ਵਾਸਤੇ ਜਿਹੜੇ ਰਿਓਟਸ ਸੀ ਉਹਨਾਂ ਨੂੰ ਐਨਕਰੇਜ ਕਰਦੇ ਸੀ ਕਿ ਆਪਾਂ ਉਹਨਾਂ ਦਾ ਵਿਦਰੋਹ ਕਰਨਾ ਹੈ ਨਾ, ਉਹਨਾਂ ਦੀ ਗੱਲ ਦੇ ਵਿੱਚ ਹਾਂ ਨਹੀਂ ਮਿਲਾਉਣੀ। These zamindars were unhappy with the increasing power of the planters and angry at being forced by the planters to give them land on long leases। ਜ਼ਮੀਨਦਾਰਸ ਕਿਉਂ ਅਨਹੈਪੀ ਸੀਗੇ? ਉਹਨਾਂ ਤੋਂ ਖੁਸ਼ ਨਹੀਂ ਸੀਗੇ ਕਿਉਂਕਿ ਪਲਾਂਟਰਸ ਦੀ ਜਿਹੜੀ ਪਾਵਰ ਸੀ ਉਹ ਵੱਧਦੀ ਜਾਂਦੀ ਸੀ। ਅਤੇ ਉਹਨਾਂ ਦੇ ਉੱਤੇ ਕਿਉਂ ਐਂਗਰੀ ਸੀ? ਕਿਉਂਕਿ ਉਹ ਪਲਾਂਟਰਸ ਨੂੰ ਲੰਬੇ ਸਮੇਂ ਵਾਸਤੇ, ਪਲਾਂਟਰਸ ਉਹਨਾਂ ਨੂੰ ਰਿਓਟਸ ਨੂੰ ਲੰਬੇ ਸਮੇਂ ਵਾਸਤੇ ਲੀਜ਼ ਦੇ ਉੱਤੇ ਲੈਂਡ ਦੇ ਦਿੰਦੇ ਸੀ ਹੈ ਨਾ। The Indigo peasants also imagined that the British government would support them in their struggle। ਹੁਣ ਇੰਡੀਗੋ ਪੀਸੈਂਟਸ ਨੂੰ ਇਹ ਮਤਲਬ ਕਿ ਲੱਗਦਾ ਸੀ ਕਿ ਬ੍ਰਿਟਿਸ਼ ਜਿਹੜੀ ਗਵਰਨਮੈਂਟ ਹੈ ਉਹ ਉਹਨਾਂ ਨੂੰ ਸਪੋਰਟ ਕਰੂਗੀ ਸਟਰਗਲ ਦੇ ਵਿੱਚ ਅਗੇਂਸਟ ਦਾ ਪਲਾਂਟਰਸ। ਇੰਡੀਗੋ ਪੀਸੈਂਟਸ ਜਿਹੜੇ ਗਰੋ ਕਰਦੇ ਸੀ ਹੈ ਨਾ, ਉਹਨਾਂ ਨੂੰ ਇਹ ਲੱਗਦਾ ਸੀ ਕਿ ਬ੍ਰਿਟਿਸ਼ ਗਵਰਨਮੈਂਟ, ਜਿਹੜੇ ਬ੍ਰਿਟਿਸ਼ ਪਲਾਂਟਰਸ ਸੀਗੇ, ਜਿਹੜੇ ਪਲਾਂਟ ਕਰਨ ਵਾਸਤੇ ਉਹਨਾਂ ਨੂੰ ਫੋਰਸ ਕਰਦੇ ਸੀ ਹੈ ਨਾ, ਉਹਨਾਂ ਦੇ ਖਿਲਾਫ ਬ੍ਰਿਟਿਸ਼ ਗਵਰਨਮੈਂਟ ਸਾਡੀ ਹੈਲਪ ਕਰੂਗੀ। ਆਫਟਰ ਦਾ ਰਿਵੋਲਟ ਆਫ 1857 ਦਾ ਬ੍ਰਿਟਿਸ਼ ਗਵਰਨਮੈਂਟ ਵਾਜ਼ ਪਾਰਟੀਕੂਲਰਲੀ ਵਰੀਡ ਅਬਾਊਟ ਦਾ ਪੋਸੀਬਿਲਿਟੀ ਆਫ ਅਨਦਰ ਪਪੂਲਰ ਰਿਵੀਲੀਅਨ। ਹੁਣ ਜਿਹੜਾ ਮਸ਼ਹੂਰ ਵਿਦਰੋਹ ਹੋਇਆ ਸੀ ਹੈ ਨਾ, ਰਿਵੋਲਟ ਹੋਇਆ ਸੀ 1857 ਦਾ, ਉਸ ਤੋਂ ਬਾਅਦ ਬ੍ਰਿਟਿਸ਼ ਗਵਰਨਮੈਂਟ ਨੂੰ ਇੱਕ ਹਮੇਸ਼ਾ ਡਰ ਲੱਗਿਆ ਰਹਿੰਦਾ ਸੀ ਕਿ ਇੱਕ ਹੋਰ ਰਿਵੀਲੀਅਨ ਸਟਾਰਟ ਹੋਊਗਾ ਅਤੇ ਜਿਸ ਦੇ ਨਾਲ ਮਤਲਬ ਲੋਕ ਸਾਡਾ ਵੱਡੇ ਪੱਧਰ 'ਤੇ ਹੋਰ ਵਿਦਰੋਹ ਕਰਨਗੇ। ਵੈਨ ਦਾ ਨਿਊਜ਼ ਸਪਰੈਡ ਆਫ ਸਿਮਰਿੰਗ ਰਿਵੋਲਟ ਇਨ ਦਾ ਇੰਡੀਗੋ ਡਿਸਟ੍ਰਿਕਟਸ। ਜਦੋਂ ਇਹ ਇੰਡੀਗੋ ਡਿਸਟ੍ਰਿਕਟਸ, ਜਿਹੜੇ ਇੰਡੀਗੋ ਗਰੋਇੰਗ ਡਿਸਟ੍ਰਿਕਟ ਸੀ, ਜ਼ਿਲ੍ਹੇ ਸੀ ਹੈ ਨਾ, ਇਹ ਨਿਊਜ਼ ਸਪਰੈਡ ਹੋਈ, ਦਾ ਲੈਫਟੀਨੈਂਟ ਗਵਰਨਰ ਟੂਰਡ ਦਾ ਰੀਜਨ ਇਨ ਦਾ ਵਿੰਟਰ ਆਫ 1859। ਲੈਫਟੀਨੈਂਟ ਗਵਰਨਰ ਨੇ ਟੂਰ ਕੀਤਾ ਜਿਹੜਾ ਇਹ ਰੀਜਨ ਸੀ, ਪੂਰਾ ਇੰਡੀਗੋ ਗਰੋਇੰਗ ਏਰੀਆ ਸੀ, ਵਿੰਟਰ ਦੇ ਵਿੱਚ। ਦਾ ਰਿਓਟਸ ਸੌ ਦਾ ਟੂਰ ਐਜ਼ ਅ ਸਾਈਨ ਆਫ ਗਵਰਨਮੈਂਟ।
ਜਿਹੜੇ ਲੋਕ ਗਰੋ ਕਰ ਰਹੇ ਸੀ ਹੈ ਨਾ, ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਇਹ ਟੂਰ ਗਵਰਨਮੈਂਟ ਨੇ ਉਹਨਾਂ ਦੇ ਭਲੇ ਵਾਸਤੇ ਮਤਲਬ ਕਿ ਕੀਤਾ ਹੈਗਾ ਹੈ ਨਾ, ਟੂਰ ਜਾਂ ਮਤਲਬ ਉਹ ਦੇਖਣ ਆਏ ਨੇ ਉਹਨਾਂ ਦਾ ਮਤਲਬ ਕਿ ਉਹਨਾਂ ਨੂੰ ਐਂ ਲੱਗਦਾ ਸੀ ਕਿ ਗਵਰਨਮੈਂਟ ਉਹਨਾਂ ਦੇ ਕੰਮ 'ਤੇ ਤਰਸ ਕਰੂਗੀ ਹੈ ਨਾ। ਵੈਨ ਇਨ ਬਰਸਾਤ ਦਾ ਮੈਜਿਸਟ੍ਰੇਟ ਐਸ਼ਲੇ ਈਡਨ ਇਸ਼ੂਡ ਅ ਨੋਟਿਸ ਸਟੇਟਿੰਗ ਦੈਟ ਰਿਓਟਸ ਵੁੱਡ ਨਾਟ ਬੀ ਕੰਪੈਲਡ ਟੂ ਅਸੈਪਟ ਇੰਡੀਗੋ ਕੰਟਰੈਕਟਸ word bent around the Queen Victoria had declared that indigo need not to be sown। ਜਦੋਂ ਕਹਿੰਦੇ ਵਿਰਾਸਤ ਦਾ ਇੱਕ ਮੈਜਿਸਟ੍ਰੇਟ ਸੀਗਾ ਐਸ਼ਲੇ ਈਡਨ, ਉਹਨੇ ਇੱਕ ਨੋਟਿਸ ਇਸ਼ੂ ਕਰਤਾ ਕਿ ਰਿਓਟਸ ਨੂੰ ਕੰਪੈਲ ਨਹੀਂ ਕੀਤਾ ਜਾਊਗਾ ਇੰਡੀਗੋ ਕੰਟਰੈਕਟ ਸਾਈਨ ਕਰਨ ਵਾਸਤੇ, ਠੀਕ ਹੈ, ਫੋਰਸ ਨਹੀਂ ਕੀਤਾ ਜਾਊਗਾ ਉਹਨਾਂ ਨੂੰ। ਅਤੇ ਇਹ ਕੁਈਨ ਵਿਕਟੋਰੀਆ ਕੋਲੇ ਪਹੁੰਚ ਗਈ ਜਿਸ ਇਹ ਗੱਲ, ਅਤੇ ਉਹਨੇ ਡਿਕਲੇਅਰ ਕੀਤਾ ਕਿ ਇੰਡੀਗੋ ਨੂੰ ਗਰੋ ਕਰਨ ਦੀ ਕੋਈ ਲੋੜ ਨਹੀਂ। ਈਡਨ ਵਾਜ਼ ਟਰਾਈੰਗ ਟੂ ਪਲੈਸੇਟ ਦਾ ਪੀਸੈਂਟਸ ਐਂਡ ਕੰਟਰੋਲ ਐਂਡ ਐਕਸਪਲੋਸਿਵ ਸਿਚੁਏਸ਼ਨ। ਉਹਨਾਂ ਨੇ ਮਤਲਬ ਟਰਾਈ ਕੀਤਾ ਕਿ ਸਾਰਿਆਂ ਨੂੰ ਆਪਣੇ ਥੱਲੇ ਰੱਖਿਆ ਜਾਵੇ ਹੈ ਨਾ, ਕਿ ਪੀਸੈਂਟਸ ਨੂੰ ਆਪਣੇ ਪੱਖ 'ਚ ਰੱਖਿਆ ਜਾਵੇ ਹੈ ਨਾ। ਅਤੇ ਸਾਰੀ ਜਿਹੜੀ ਸਿਚੁਏਸ਼ਨ ਸੀਗੀ ਕਿ ਲੋਕ ਰੈਬਲ ਕਰ ਰਹੇ ਸੀ ਹੈ ਨਾ, ਰਿਵੋਲਟ ਕਰ ਰਹੇ ਸੀ ਸਰਕਾਰ ਦੇ ਖਿਲਾਫ, ਉਹਨੂੰ ਕੰਟਰੋਲ ਕੀਤਾ ਜਾਵੇ। ਬਟ ਹਿਸ ਐਕਸ਼ਨ ਵਾਸ ਰੀਡ ਐਜ਼ ਸਪੋਰਟ ਫॉर ਦ ਰਿਵੈਲੀਅਨ। ਪਰ ਉਹਦੇ ਐਕਸ਼ਨ ਨੂੰ ਕੀ ਮੰਨਿਆ ਗਿਆ ਕਿ ਉਸਨੇ ਰਿਵੈਲੀਅਨ ਸੀ, ਜਿਹੜੇ ਲੋਕ ਸੀ ਉਹਨਾਂ ਦੀ ਜਿਹੜੇ ਵਿਦਰੋਹ ਕਰ ਰਹੇ ਸੀ ਉਹਨਾਂ ਦੀ ਸਪੋਰਟ ਮੰਨੀ ਗਈ। ਐਸ ਦਾ ਰਿਵੈਲੀਅਨ ਸਪਰੈਡ ਇੰਟਲੈਕਚੁਅਲਸ ਫਰੋਮ ਕਲਕੱਤਾ ਰਸ਼ਡ ਟੂ ਦਾ ਇੰਡੀਗੋ ਡਿਸਟ੍ਰਿਕਟਸ। ਹੁਣ ਜਦੋਂ ਇਹ ਹੋਰ ਜ਼ਿਆਦਾ ਵਿਦਰੋਹ ਵੱਧ ਗਿਆ, ਉਹਨਾਂ ਨੂੰ ਲੱਗਿਆ ਕਿ ਹਾਂ ਸਰਕਾਰ ਵੀ ਹੁਣ ਉਹਨਾਂ ਦਾ ਮਤਲਬ ਕਿ ਸਾਥ ਦੇ ਰਹੀ ਹੈ ਹੈ ਨਾ। ਫਿਰ ਜਿਹੜੇ ਕਲਕੱਤਾ ਤੋਂ ਲੋਕ ਰਸ਼ ਕੀਤੇ, ਲੋਕ ਹੋਰ ਜ਼ਿਆਦਾ ਚਲੇ ਗਏ ਇੰਡੀਗੋ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਇੰਡੀਗੋ ਗਰੋ ਕੀਤਾ ਜਾਂਦਾ ਸੀਗਾ। ਦੇ ਰੋਟ ਆਫ ਦਾ ਮਾਈਜ਼ਰੀ ਆਫ ਦਾ ਰਿਓਟਸ ਦਾ ਟਰੈਨੀ ਆਫ ਦਾ ਪਲਾਂਟਰਸ ਐਂਡ ਦਾ ਹੌਰਰਸ ਆਫ ਦਾ ਇੰਡੀਗੋ ਸਿਸਟਮ। ਉਹਨਾਂ ਨੇ ਜਿਹੜੇ ਇੰਟਲੈਕਚੁਅਲਸ ਕੀ ਹੁੰਦੇ ਨੇ ਬੱਚੇ, ਪਹਿਲਾਂ ਐਂ ਦੇਖੋ, ਜਿਹੜੇ ਬੁੱਧੀਜੀਵੀ ਹੁੰਦੇ ਨੇ, ਠੀਕ ਹੈ, ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਬਾਰੇ ਲਿਖਿਆ ਹੈ ਨਾ ਆਪਣਾ, ਕਿ ਜਿਹੜੇ ਰਿਓਟਸ ਸੀ ਉਹਨਾਂ ਨਾਲ ਕਿੱਦਾਂ ਧੱਕੇਸ਼ਾਹੀ ਹੋਈ, ਉਹਨਾਂ ਨਾਲ ਕਿਵੇਂ ਕੀ ਉਹਨਾਂ ਨੇ ਫੇਸ ਕੀਤਾ ਹੈ ਨਾ, ਅਤੇ ਕਿੱਦਾਂ ਉਹਨਾਂ ਦੇ ਉੱਤੇ ਆਪਣਾ ਦਬਾਅ ਪਾਇਆ ਗਿਆ, ਲੋਕਾਂ ਦੇ ਵਿੱਚ ਆਪਣਾ ਦਹਿਸ਼ਤ ਪੈਦਾ ਕੀਤੀ ਗਈ ਹੈ ਨਾ। ਇਹ ਸਾਰੀਆਂ ਚੀਜ਼ਾਂ ਬਾਰੇ ਬੁੱਧੀਜੀਵੀਆਂ ਨੇ ਲਿਖਿਆ। ਬਰੀਡ ਬਾਏ ਦਾ ਰੈਬੇਲੀਅਨ ਦਾ ਗਵਰਨਮੈਂਟ ਬਰੋਟ ਇਨ ਦਾ ਮਿਲਟਰੀ ਟੂ ਪ੍ਰੋਟੈਕਟ ਦਾ ਪਲਾਂਟਰਸ ਫਰੋਮ ਦਾ ਅਸੋਲਟ ਐਂਡ ਸੈਟ ਅਪ ਦਾ ਇੰਡੀਗੋ ਕਮਿਸ਼ਨ ਟੂ ਇਨਕੁਆਇਰ ਇਨਟੂ ਦਾ ਸਿਸਟਮ ਆਫ ਇੰਡੀਗੋ ਪ੍ਰੋਡਕਸ਼ਨ। ਹੁਣ ਇਹ ਚੀਜ਼ ਤੋਂ ਜਦੋਂ ਲੋਕਾਂ ਨੂੰ ਸ਼ਹਿ ਮਿਲ ਗਈ ਹੈ ਨਾ, ਫਿਰ ਇਸ ਤੋਂ ਰਿਬੇਲੀਅਨਸ ਤੋਂ ਸਰਕਾਰ ਵੀ ਡਰ ਗਈ। ਉਹਨਾਂ ਨੇ ਕੀ ਕੀਤਾ, ਮਿਲਟਰੀ ਨੂੰ ਬੁਲਾਇਆ ਗਿਆ ਪਲਾਂਟਰਸ ਨੂੰ ਬਚਾਉਣ ਵਾਸਤੇ ਲੋਕਾਂ ਦੇ ਡਰ ਤੋਂ ਹੈ ਨਾ, ਕਿ ਲੋਕ ਇਹਨਾਂ ਨੂੰ ਜਾਨ ਦਾ ਨੁਕਸਾਨ ਨਾ ਕਰ ਦੇਣ। ਅਤੇ ਇੱਕ ਕਮਿਸ਼ਨ ਸੈਟਅਪ ਕੀਤਾ ਗਿਆ, ਇੰਡੀਗੋ ਕਮਿਸ਼ਨ। ਕਿਸ ਦੇ ਬਾਰੇ ਇਨਕੁਆਇਰ ਕੀਤਾ ਸੀ ਉਹਨੇ? ਇਨਕੁਆਇਰੀ ਕਿਹਦੇ ਬਾਰੇ ਕੀਤੀ? ਇੰਡੀਗੋ ਪ੍ਰੋਡਕਸ਼ਨ ਦੇ ਸਿਸਟਮ ਦੇ ਬਾਰੇ ਉਹਨਾਂ ਨੇ ਇਨਕੁਆਇਰੀ ਕੀਤੀ। ਦਾ ਕਮਿਸ਼ਨ ਹੈਲਡ ਦਾ ਪਲਾਂਟਰਸ ਗਿਲਟੀ ਐਂਡ ਕ੍ਰਿਟੀਸਾਈਜ਼ਡ ਦੈਮ ਫॉर ਦਾ ਕੋਅਰਸਿਵ ਮੈਥਡਸ ਦੇ ਯੂਜ਼ਡ ਵਿਦ ਇੰਡੀਗੋ ਕਲਟੀਵੇਟਰਸ। ਉਹਨਾਂ ਨੇ ਮਤਲਬ ਕਮਿਸ਼ਨ ਨੇ ਕੀ ਘੋਸ਼ਿਤ ਕੀਤਾ ਕਿ ਜਿਹੜੇ ਪਲਾਂਟਰਸ ਸੀਗੇ ਫੋਰਸ ਕਰਦੇ ਸੀ ਰਿਓਟਸ ਨੂੰ ਇੰਡੀਗੋ ਗਰੋ ਕਰਨ ਵਾਸਤੇ, ਉਹ ਦੋਸ਼ੀ ਨੇ। ਅਤੇ ਉਹਨਾਂ ਨੇ ਮਤਲਬ ਕਿ ਕ੍ਰਿਟੀਸਾਈਜ਼ ਕੀਤਾ ਕਿ ਉਹਨਾਂ ਨੇ ਬਹੁਤ ਜ਼ਿਆਦਾ ਮਤਲਬ ਕਿ ਬੁਰਾ ਵਿਵਹਾਰ ਕੀਤਾ ਇੰਡੀਗੋ ਕਲਟੀਵੇਟਰਸ ਦੇ ਨਾਲ। ਉਹਨਾਂ ਨਾਲ ਜਿਹੜੇ ਮੈਥਡ ਉਹਨਾਂ ਨੇ ਅਪਣਾਏ ਉਹ ਸਹੀ ਨਹੀਂ ਸੀ। ਇਟ ਡਿਕਲੇਅਰਡ ਦੈਟ ਇੰਡੀਗੋ ਪ੍ਰੋਡਕਸ਼ਨ ਵਾਜ਼ ਨਾਟ ਪ੍ਰੋਫਿਟੇਬਲ ਫॉर ਰਿਓਟਸ। ਅਤੇ ਇਹ ਡਿਕਲੇਅਰ ਕੀਤਾ ਗਿਆ ਜਿਹੜੇ ਰਿਓਟਸ ਗਰੋ ਕਰਦੇ ਸੀ, ਇੰਡੀਗੋ ਪਲਾਂਟੇਸ਼ਨ ਕਰਦੇ ਸੀ, ਉਹਨਾਂ ਵਾਸਤੇ ਉਹ ਪ੍ਰੋਫਿਟ ਦਾ ਕੰਮ ਨਹੀਂ ਸੀ। ਦਾ ਕਮਿਸ਼ਨ ਆਸਕਡ ਦਾ ਰਿਓਟਸ ਟੂ ਫੁਲਫਿਲ ਦੇਅਰ ਐਗਜ਼ਿਸਟਿੰਗ ਕੰਟਰੈਕਟਸ ਬਟ ਆਲਸੋ ਟੋਲਡ ਦੈਮ ਦੈਟ ਦੇ ਕੁਡ ਰਿਫਿਊਜ਼ ਟੂ ਪ੍ਰੋਡਿਊਸ ਇੰਡੀਗੋ ਇਨ ਫਿਊਚਰ। ਹੁਣ ਜਿਹੜੇ ਰਿਓਟ ਸੀਗੇ ਉਹਨਾਂ ਨੂੰ ਕਿਹਾ ਗਿਆ ਕਿ ਜਿਹੜੇ ਉਹਨਾਂ ਨੇ ਹੁਣ ਅੱਜ ਦੇ ਟਾਈਮ 'ਚ ਮਤਲਬ ਉਸ ਟਾਈਮ ਦੇ ਵਿੱਚ ਕੀਤੇ ਹੋਏ ਕੰਟਰੈਕਟ ਸੀ, ਸਿਰਫ ਉਹਨਾਂ ਨੂੰ ਪੂਰਾ ਕਰ ਦਿਓ, ਪਰ ਫਿਊਚਰ ਦੇ ਵਿੱਚ ਉਹ ਮਨਾ ਕਰ ਸਕਦੇ ਨੇ ਇੰਡੀਗੋ ਗਰੋ ਕਰਨ ਵਾਸਤੇ। ਠੀਕ ਹੈ ਬੱਚੇ। ਆਫਟਰ ਦਾ ਰਿਵੋਲਟ ਇੰਡੀਗੋ ਪ੍ਰੋਡਕਸ਼ਨ collapsed in Bengal, but the planters now shifted their operation to Bihar. With the discovery of synthetic dyes in the late 19th century, their business was severely affected, but yet they managed to expand production. ਇਹ ਰਿਵੋਲਟ ਤੋਂ ਬਾਅਦ ਇੰਡੀਗੋ ਪ੍ਰੋਡਕਸ਼ਨ ਮਤਲਬ ਕਿ ਬੰਦ ਹੋ ਗਈ ਬੰਗਾਲ ਦੇ ਵਿੱਚ, ਬਟ ਪਲਾਂਟਰਸ ਸੀਗੇ ਜਿਹੜੇ ਉਹ ਬਿਹਾਰ ਦੇ ਵਿੱਚ ਸ਼ਿਫਟ ਕਰ ਗਏ ਹੈ ਨਾ ਆਪਣਾ ਆਪਰੇਸ਼ਨ। ਅਤੇ ਹੁਣ ਇਹਦੇ ਨਾਲ ਡਿਸਕਵਰੀ ਹੋਈ ਸਿੰਥੈਟਿਕ ਡਾਈਸ ਦੀ ਲੇਟ 19th ਸੈਂਚੁਰੀ ਦੇ ਵਿੱਚ, ਅਤੇ ਬਿਜ਼ਨਸ ਜਿਹੜਾ ਫਰਕ ਤਾਂ ਪਿਆ ਉਹਨੂੰ, ਪਰ ਉਹਨਾਂ ਨੇ ਜਿਹੜੀ ਪ੍ਰੋਡਕਸ਼ਨ ਸੀ ਇੰਡੀਗੋ ਦੀ ਪ੍ਰੋਡਕਸ਼ਨ ਸੀ ਉਹ ਐਕਸਪੈਂਡ ਕਰ ਲਈ ਬਿਹਾਰ ਦੇ ਵਿੱਚ ਜਾ ਕੇ ਹੈ ਨਾ। ਵੈਨ ਮਹਾਤਮਾ ਗਾਂਧੀ ਰਿਟਰਨਡ ਫਰੋਮ ਸਾਊਥ ਅਫਰੀਕਾ, a peasant from Bihar persuaded him to visit ਚੰਪਾਰਨ ਐਂਡ ਸੀ ਦਾ ਪਲਾਈਟ ਆਫ ਦਾ ਇੰਡੀਗੋ ਕਲਟੀਵੇਟਰਸ ਦੇਅਰ। ਜਦੋਂ ਮਹਾਤਮਾ ਗਾਂਧੀ ਕਹਿੰਦੇ ਸਾਊਥ ਅਫਰੀਕਾ ਤੋਂ ਵਾਪਸ ਆਏ, ਇੱਕ ਪੀਸੈਂਟ ਜਿਹੜਾ ਕਿ ਗਰੋ ਕਰਦਾ ਸੀਗਾ ਇੰਡੀਗੋ, ਉਹਨੇ ਮਤਲਬ ਕਿ ਰਾਜ਼ੀ ਕੀਤਾ, ਮਨਾਇਆ ਹੈ ਨਾ, ਉਹਨਾਂ ਨੂੰ ਅਰਦਾਸ ਕੀਤੀ ਕਿ ਹਾਂ ਤੁਸੀਂ ਇੱਕ ਵਾਰੀ ਚੰਪਾਰਨ ਆ ਕੇ ਹਾਲਤ ਦੇਖੋ ਇੰਡੀਗੋ ਕਲਟੀਵੇਟਰਸ ਦੀ ਕਿੱਦਾਂ ਦੀ ਹੈ। ਚੰਪਾਰਨ
Mahatma Gandhi's visit in 1970 marked the beginning of ਚੰਪਾਰਣ ਮੂਵਮੈਂਟ ਅਗੇਂਸਟ ਦਾ ਇੰਡੀਗੋ ਪਲਾਂਟਰਸ। ਮਹਾਤਮਾ ਗਾਂਧੀ ਨੇ 1917 ਦੇ ਵਿੱਚ ਵਿਜ਼ਿਟ ਕੀਤਾ ਅਤੇ ਉਹਦੇ ਨਾਲ ਕੀ ਬਿਗਨ ਹੋਇਆ, ਚੰਪਾਰਣ ਮੂਵਮੈਂਟ ਸਟਾਰਟ ਹੋਈ ਜਿਹੜੀ ਕਿ ਇੰਡੀਗੋ ਪਲਾਂਟਰਸ ਦੇ ਅਗੇਂਸਟ ਸੀਗੀ। ਠੀਕ ਆ ਬੱਚੇ, ਇਹ ਸੀਗੀ ਚੰਪਾਰਣ ਬਿਹਾਰ ਦੀ ਮੂਵਮੈਂਟ। ਹੁਣ ਆਪਾਂ ਪੜ੍ਹਦੇ ਹਾਂ ਇੰਡੀਗੋ ਮੇਕਿੰਗ ਇਨ ਦਾ ਵੈਸਟ ਇੰਡੀਜ਼। ਵੈਸਟ ਇੰਡੀਜ਼ ਦੇ ਵਿੱਚ ਇੰਡੀਗੋ ਕਿੱਦਾਂ ਬਣਾਇਆ ਜਾਂਦਾ ਗਾ। In the early 18th century, a French missionary, Jean Baptiste Labette, traveled to the Caribbean islands and wrote extensively about the region, published अर्ली 18th century ਦੇ ਵਿੱਚ ਹੈ ਨਾ, ਫਰੈਂਚ ਮਿਸ਼ਨਰੀ ਦਾ ਬੰਦਾ ਸੀ ਕੋਈ, ਜੀਨ ਬੈਪਟਿਸਟੇ ਲੈਬਟ। ਉਹਨੇ ਟਰੈਵਲ ਕੀਤਾ ਕਰੀਬੀਅਨ ਆਈਲੈਂਡਸ ਅਤੇ ਉਹਦੇ ਇਸ ਚੀਜ਼ ਬਾਰੇ ਲਿਖਿਆ। ਕੀ ਲਿਖਦਾ, published in one of his books, this image shows all the stages of indigo production in the French slave plantations of the region। ਮਤਲਬ ਕਿ ਉਹਨੇ ਸਾਰੇ ਮੈਥਡ ਲਿਖੇ ਨੇ, ਸਟੇਜਸ ਲਿਖੀਆਂ ਨੇ ਕਿ ਇੰਡੀਗੋ ਪ੍ਰੋਡਕਸ਼ਨ ਕਿੱਦਾਂ ਸ਼ੁਰੂ ਹੁੰਦੀ ਹੈ ਫਰੈਂਚ ਸਲੇਵ ਪਲਾਂਟੇਸ਼ਨਸ ਆਫ ਦਾ ਰੀਜਨਸ। ਫਰੈਂਚ ਮਤਲਬ ਕਿ ਫਰਾਂਸ ਦੁਆਰਾ ਜਿਹੜੇ ਲੋਕ ਸਲੇਵ ਬਣਾਏ ਗਏ ਨੇ ਉਹਨਾਂ ਤੋਂ ਮਤਲਬ ਕਿ ਇੰਡੀਗੋ ਗਰੋ ਕਰਵਾਇਆ ਜਾਂਦਾ ਗਾ। ਯੂ ਕੈਨ ਸੀ ਦਾ ਸਲੇਵ ਵਰਕਰਸ ਪੁੱਟਿੰਗ ਦਾ ਇੰਡੀਗੋ ਪਲਾਂਟ ਇਨਟੂ ਦਾ ਸੈਟਲਰ ਵੈਟ ਔਨ ਦਾ ਲੈਫਟ। ਜਿਹੜੇ ਹੁਣ ਰੈੱਡ ਆ ਦੇਖੋ, ਆ ਰੈੱਡ ਡਰੈਸ ਦੇ ਵਿੱਚ ਨੇ, ਇਹ ਸਾਰੇ ਓਫੀਸ਼ੀਅਲਸ ਨੇ, ਆ ਸਾਰੇ ਜਿਹੜੇ ਕੰਮ ਕਰ ਰਹੇ ਨੇ ਸਾਰੇ ਸਲੇਵਸ ਨੇ ਹੈ ਨਾ, ਗੁਲਾਮ ਆਪਾਂ ਕਹਿ ਸਕਦੇ ਹਾਂ। ਅਤੇ ਇੱਕ ਪਰਸਨ ਕੀ ਕਰ ਰਿਹਾ, ਇੰਡੀਗੋ ਪਲਾਂਟ ਨੂੰ ਸੈਟਲਰ ਵੈਟ ਦੇ ਵਿੱਚ ਪਾ ਰਿਹਾ ਹੈਗਾ ਹੈ ਨਾ। ਅਨਦਰ ਵਰਕਰ ਇਜ਼ ਚਰਨਿੰਗ ਦਾ ਲਿਕੁਇਡ ਵਿਦ ਦਾ ਕੈਮੀਕਲ ਚਰਨਰ ਇਨ ਦਾ ਵੈਟ। ਇੱਕ ਪਰਸਨ ਉਹਨੂੰ ਮੂਵ ਕਰ ਰਿਹਾ ਹੈ ਨਾ। ਇਹ ਮਤਲਬ ਇਹ ਪ੍ਰੋਸੈਸ ਲਿਖਿਆ ਹੋਇਆ ਸਾਰਾ, ਇਹ ਤੁਸੀਂ ਪੜ੍ਹ ਲਿਓ। ਠੀਕ ਹੈ। 2 ਵਰਕਰਸ ਆਰ ਕੈਰਿੰਗ ਦਾ ਇੰਡੀਗੋ ਪਲਪ ਹੰਗ ਇਨ ਟੂ ਦਾ ਬੈਗਸ ਟੂ ਬੀ ਡਰਾਈਡ। 2 ਪਰਸਨ ਇੰਡੀਗੋ ਦਾ ਜਿਹੜਾ ਪਲਪ ਹੈ ਬਚਿਆ ਹੋਇਆ ਉਹਨੂੰ ਬੈਗਸ ਦੇ ਵਿੱਚ ਲਿਜਾ ਕੇ ਉਹਨੂੰ ਸੁਕਾਉਣ ਵਾਸਤੇ ਲੈ ਕੇ ਜਾ ਰਹੇ ਨੇ। ਇਨ ਦਾ ਫੋਰਗਰਾਊਂਡ 2 ਅਦਰਸ ਆਰ ਮਿਕਸਿੰਗ ਦਾ ਇੰਡੀਗੋ ਪਲਪ ਟੂ ਬੀ ਪੁੱਟ ਇਨ ਟੂ ਦਾ ਮੋਲਡਸ। ਫੋਰਗਰਾਊਂਡ, ਉਸ ਤੋਂ ਬਾਅਦ ਅੱਗੇ ਕੀ ਹੋ ਰਿਹਾ ਹੈਗਾ, 2 ਅਗਲੇ ਨੇ ਜਿਹੜੇ ਉਹ ਮਿਕਸ ਕਰ ਰਹੇ ਨੇ ਇੰਡੀਗੋ ਪਲਪ ਨੂੰ ਮੋਲਡਸ ਦੇ ਵਿੱਚ ਤਬਦੀਲ ਕਰਨ ਦੇ ਲਈ। ਦਾ ਪਲਾਂਟਰਸ ਇਜ਼ ਐਟ ਦਾ ਸੈਂਟਰ ਆਫ ਦਾ ਪਿਕਚਰ ਸਟੈਂਡਿੰਗ ਔਨ ਦਾ ਹਾਈ ਗਰਾਊਂਡ ਸੁਪਰਵਾਈਜ਼ਿੰਗ ਦਾ ਸਲੇਵ ਵਰਕਰਸ। ਆ ਦੇਖੋ ਸੈਂਟਰ ਦੇ ਵਿੱਚ ਇਹ ਕੌਣ ਹੈ, ਇਹ ਪਲਾਂਟਰ ਹੈ ਜਿਹੜਾ ਇਹਨਾਂ ਨੂੰ ਮਤਲਬ ਕਿ ਕਹਿ ਰਿਹਾ ਕਿ ਤੁਸੀਂ ਗਰੋ ਕਰਨਾ ਗਾ। ਠੀਕ ਹੈ। ਇਹ ਬਾਕੀ ਵਰਕਰ ਕਿਹੜੇ ਨੇ, ਇਹ ਸਲੇਵ ਨੇ, ਇਹਨਾਂ ਦੇ ਗੁਲਾਮ ਨੇ। ਠੀਕ ਹੈ। ਇਸ ਚੀਜ਼ ਬਾਰੇ ਲਿਖਿਆ ਕਿਹਨੇ ਆ, ਜੀਨ ਬੈਪਟਿਸਟ ਲੈਬਟ, ਜੋ ਕਿ ਇੱਕ ਫਰੈਂਚ ਮਿਸ਼ਨਰੀ ਹੈ। ਇਹ ਸੀਗਾ ਬੱਚੇ ਆਪਣਾ ਚੈਪਟਰ। ਠੀਕ ਹੈ। ਅਤੇ ਹੁਣ ਇਹ ਸੀਗਾ ਮੈਚ ਦਾ ਫੋਲੋਇੰਗ, ਤੁਸੀਂ ਬੁੱਕ ਦੇ ਉੱਤੇ ਕਰ ਲੈਣੀ ਹੈ। ਫਿਲ ਇਨ ਦੀ ਬਲੈਂਕਸ ਵੀ ਬੁੱਕ ਦੇ ਉੱਤੇ ਕਰ ਲੈਣੀ ਹੈ। ਆਪਾਂ ਕੁਐਸਚਨ ਕਰਨੇ ਨੇ ਸਿਰਫ 3, 4, 5, 6 ਐਂਡ 7। ਲੈਟਸ ਡੂ ਨਹੀਂ ਆਪਾਂ ਨੋਟਬੁੱਕ ਦੇ ਉੱਤੇ ਕਰਨਾ। ਠੀਕ ਹੈ। ਅਤੇ ਲੈਟਸ ਡਿਸਕਸ ਵਾਲੇ ਸਾਰੇ ਕੁਐਸਚਨ ਨੋਟਬੁੱਕ ਦੇ ਉੱਤੇ ਕਰਨੇ ਨੇ। ਅਤੇ ਕੁਐਸਚਨ ਆਨਸਰਸ ਦਾ ਲਿੰਕ ਤੁਹਾਨੂੰ ਮਿਲੂਗਾ ਡਿਸਕ੍ਰਿਪਸ਼ਨ ਦੇ ਵਿੱਚ। ਠੀਕ ਹੈ। ਜਿਹੜੇ ਮੈਂ ਕਹੇ ਨੇ ਸਿਰਫ ਉਹੀ ਤੁਸੀਂ ਨੋਟਬੁੱਕ ਦੇ ਉੱਤੇ ਕਰਨੇ ਨੇ। ਇਹ ਸੀਗਾ ਆਪਣਾ ਚੈਪਟਰ। ਅਤੇ ਜਿਹਨੂੰ ਵੀਡੀਓ ਵਧੀਆ ਲੱਗੀ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਹੈ ਨਾ। ਜੇ ਕੁਛ ਨਹੀਂ ਸਮਝ ਲੱਗਿਆ ਤੁਹਾਨੂੰ ਤਾਂ ਤੁਸੀਂ ਮਤਲਬ ਕਿ ਕੌਮੈਂਟ ਕਰਕੇ ਪੁੱਛ ਸਕਦੇ ਹੋ ਹੈ ਨਾ। ਠੀਕ ਹੈ ਬੱਚੇ, ਥੈਂਕ ਯੂ ਵੈਰੀ ਮੱਚ।